ਵੱਖ-ਵੱਖ ਹੁੰਦੇ ਆ ਜੀ। ਦੋਸਤੋ ਇਸ ਵਕਤ ਮੈਂ ਸਕਾਈਪ ਤੇ ਜੁੜਿਆ ਹੋਇਆ ਵਾਂ ਸਰਦਾਰ ਹਰਦੀਪ ਸਿੰਘ ਡਿਬਡਿਬਾ ਪਿੰਡ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਵਿੱਚ ਆ, ਰੁਦਰਪੁਰ ਦੇ ਬਿਲਕੁਲ ਨਾਲ ਬਾਹਰ ਹੈ, ਰੁਦਰਪੁਰ ਦਾ ਹਿੱਸਾ ਹੀ ਆ ਇਹ। ਹਰਦੀਪ ਸਿੰਘ ਜੀ ਡਿਬਡਿਬਾ ਮੇਰੇ ਬਹੁਤ ਪੁਰਾਣੇ ਜਾਣਕਾਰ ਨੇ, ਬਹੁਤ ਅੱਛੇ ਇਨਸਾਨ ਨੇ। ਜਦੋਂ ਕੋਈ ਵੀ ਅੱਛਾ ਕੰਮ ਕਰਦੇ ਇਹ ਉਹਦੀ ਸਰਾਹਨਾ ਕਰਦੇ। ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਤੇ ਮੈਂ ਜ਼ਹਿਰੀਲੇ ਪਾਣੀਆਂ ਦੀ ਬੁੱਢੇ ਨਾਲੇ ਦੀ ਗੱਲ ਉਠਾਈ ਸੀਗੀ, ਇਹਨਾਂ ਨੇ ਗੰਗਾ ਨਗਰ ਤੋਂ ਲੱਭ ਕੇ ਮੈਨੂੰ, ਕਿਉਂਕਿ ਉਹਦਾ ਇਫੈਕਟ ਪੰਜਾਬ ਦੇ ਮਾਲਵੇ ਦੇ ਵਿੱਚ ਤਾਂ ਹੋ ਰਿਹਾ ਸੀਗਾ, ਗੰਗਾ ਨਗਰ 'ਚ ਬਹੁਤ ਲੋਕਾਂ ਦੀ ਕੈਂਸਰ ਨਾਲ ਮੌਤ ਹੋ ਰਹੀ ਸੀ। ਇਹਨਾਂ ਨੇ ਮੈਨੂੰ ਲੱਭ ਕੇ ਸੰਪਰਕ ਕੀਤਾ, ਉਦੋਂ ਦੇ ਮੇਰੇ ਮਿੱਤਰ ਬਣੇ ਨੇ। ਇਹਨਾਂ ਦੀ ਇੱਕ ਰਿਹਾਇਸ਼ ਗੰਗਾ ਨਗਰ 'ਚ ਵੀ ਆ ਤੇ ਇੱਕ ਇਹਨਾਂ ਦੀ ਰਿਹਾਇਸ਼ ਡਿਬਡਿਬਾ ਪਿੰਡ ਉੱਤਰ ਪ੍ਰਦੇਸ਼ ਵਿੱਚ। ਇਹਨਾਂ ਦਾ ਪੋਤਰਾ ਮਾਰਿਆ ਗਿਆ ਉਸ ਦਿਨ 26 ਜਨਵਰੀ ਵਾਲੇ ਦਿਨ ITO ਚੌਂਕ, ਜਿੱਥੇ ਪੁਲਿਸ ਦੇ ਨਾਲ ਪੁੱਤ ਭੇੜ ਕਹਿ ਲਓ, ਟਕਰਾਓ ਕਹਿ ਲਓ। ਇਹ ਸਾਰੇ ਜਿਹੜੇ ਸੀਗੇ ਨਵਰੀਤ ਸਿੰਘ ਹੁਣੀ ਤੇ ਇਹਦੇ ਚਾਚੇ ਦਾ ਬੇਟਾ ਵੀ ਨਾਲ ਸੀਗਾ। ਇਹ ਕਾਫੀ ਦਿਨਾਂ ਤੋਂ ਗਾਜ਼ੀਪੁਰ ਬਾਰਡਰ ਤੇ ਕਿਸਾਨ ਅੰਦੋਲਨ ਦਾ ਹਿੱਸਾ ਸੀ। ਔਰ ਜਿਹੜੀ 26 ਤਰੀਕ ਦੀ ਕਾਲ ਸੀ ਕਿ ਆਪਾਂ ਦਿੱਲੀ ਜਾ ਕੇ ਟਰੈਕਟਰ ਪਰੇਡ ਕਰਨੀ, ਉਹਦੇ ਵਿੱਚ ਹਿੱਸਾ ਲੈਣ ਵਾਸਤੇ ਉਹਦੇ ਆਪਣੇ ਟਰੈਕਟਰ ਲੈ ਕੇ ਇਹ ਦਿੱਲੀ ਪਹੁੰਚੇ। ਔਰ ITO ਦੇ ਵਿੱਚ ਆਣ ਕੇ ਜਿਹੜੀ ਝਗੜਾ ਹੋਇਆ, ਤਕਰਾਰ ਹੋਇਆ, ਉਹਦੇ ਤੁਸੀਂ ਦੇਖਿਆ ਲਾਠੀਆਂ ਵੀ ਬਹੁਤ ਚੱਲੀਆਂ, ਲਾਠੀ ਚਾਰਜ ਹੋਇਆ, ਟੇਅਰ ਗੈਸ ਚੱਲੇ, ਬਹੁਤ ਕੁਝ ਹੋਇਆ। ਹੁਣ ਕੁਝ ਲੋਕ ਨਵਰੀਤ ਦੀ ਮੌਤ ਨੂੰ ਡਾਊਨ ਪਲੇ ਕਰਕੇ ਕਿ ਜੀ ਇਹ ਤਾਂ ਟਰੈਕਟਰ ਦਾ ਐਕਸੀਡੈਂਟ ਸੀਗਾ, ਜਦ ਕਿ ਆ ਮੇਰੇ ਕੋਲ ਪੋਸਟਮਾਰਟਮ ਦੀ ਰਿਪੋਰਟ ਹੈ ਨਵਰੀਤ ਦੀ। ਮੈਂ ਤੁਹਾਨੂੰ ਹੁਣ ਬਹੁਤ ਦਿਖਾ ਨਹੀਂ ਸਕਦਾ, ਹਾਈਲਾਈਟਡ ਪੋਰਸ਼ਨ ਦਿਖਾ ਸਕਦਾ, ਮੈਂ ਕੋਸ਼ਿਸ਼ ਕਰੂੰਗਾ ਉਹ ਸਕਾਈਪ ਦੇ ਨਾਲ ਇਹਨੂੰ ਹਿੱਸਾ ਬਣਾ ਦਈਏ। ਇਹਦੇ ਵਿੱਚ ਜਿਹੜਾ ਮੈਡੀਕਲ ਲੈਂਗੁਏਜ ਤਾਂ ਸਮਝਣੀ ਔਖੀ ਹੋਊਗੀ, ਕਿ ਸਾਦੀ ਜ਼ੁਬਾਨ 'ਚ ਡਾਕਟਰਸ ਨੇ ਪੋਸਟਮਾਰਟਮ ਰਿਪੋਰਟ 'ਚ ਲਿਖਿਆ ਕਿ ਇਹਦੇ ਅੰਦਰ ਚਿੰਨ ਦੇ ਨੇੜਿਓਂ ਇੱਕ ਐਂਟਰੀ ਪੁਆਇੰਟ ਹੈ ਤੇ ਇੱਕ ਸਿਰ ਦੇ ਪਿਛਲੇ ਪਾਸੋਂ ਐਗਜ਼ਿਟ ਪੁਆਇੰਟ ਆ। ਉਹਨਾਂ ਨੇ ਸੈਂਟੀਮੀਟਰਸ ਵੀ ਲਿਖੇ ਨੇ ਔਰ ਬ੍ਰੇਨ ਮੈਟਰ ਆਊਟ ਲਿਖਿਆ ਹੋਇਆ। ਇਹਦੇ 'ਚ ਕਾਫੀ ਹੱਦ ਤੱਕ ਇਹ ਸਾਬਤ ਹੁੰਦਾ ਕਿ ਇਹ ਗੋਲੀ ਦੇ ਨਾਲ ਨਵਰੀਤ ਦੀ ਮੌਤ ਹੋਈ ਹੈ। ਬਦਕਿਸਮਤੀ ਨਾਲ ਸਾਡੀ ਕੁੱਲ ਲੀਡਰਸ਼ਿਪ ਨੇ ਅੱਜ ਤੱਕ ਇਹਨੂੰ ਓਨ ਅਪ ਹੀ ਨਹੀਂ ਕੀਤਾ ਕਿ ਅਕਸਰ ਕਿਸਾਨਾਂ ਦੇ ਵਿੱਚ ਜਿਹੜਾ 26 ਤਰੀਕ ਦਾ ਹੋਇਆ ਉਹ ਗੱਲ ਹੀ ਹੋਰ ਪਾਸੇ ਲੈ ਗਈ। ਸਾਰਾ ਨੈਸ਼ਨਲ ਟੈਲੀਵਿਜ਼ਨ ਦਾ ਜਿਹੜਾ BJP ਦਾ ਗੋਦੀ ਮੀਡੀਆ ਸੀ, ਜਿਹੜੀ ਗੱਲ ਉਹਨਾਂ ਨੇ ਸਿਖਾਈ ਸਾਰੀ ਗੱਲ ਉੱਧਰ ਨੂੰ ਲੈ ਗਏ ਕਿ ਹਿੰਸਾ ਹੋਊਗੀ। ਦੇਖੋ ਗੱਲ ਇਹ ਆ ਕਿ ਇੱਕ ਝੰਡਾ ਚੜਿਆ ਉੱਥੇ, ਝੰਡਾ ਜਿਹੜਾ ਮੇਨ ਤਿਰੰਗਾ ਝੰਡਾ ਸੀ ਉਹਨੂੰ ਕਿਸੇ ਨੇ ਹੱਥ ਨਹੀਂ ਲਾਇਆ, ਜਿਹੜਾ ਰੈੱਡ ਫੋਰਟ ਦੇ ਉੱਤੇ ਸੀਗਾ। ਇੱਕ ਨਿਸ਼ਾਨ ਸਾਹਿਬ ਵਾਲਾ ਕੇਸਰੀ ਝੰਡਾ ਤੇ ਇੱਕ ਕਿਸਾਨ ਜਥੇਬੰਦੀਆਂ ਦਾ ਝੰਡਾ, ਉਹ ਤਿਰੰਗੇ ਝੰਡੇ ਦੇ ਥੱਲੇ ਲਾਏ ਗਏ। ਐਡਾ ਵੱਡਾ ਕੋਈ ਗੁਨਾਹ ਨਹੀਂ ਹੋ ਗਿਆ। ਅਕਸਰ ਕਾਲ ਤਾਂ ਕਿਸਾਨ ਜਥੇਬੰਦੀਆਂ ਨੇ ਦਿੱਤੀ ਸੀ ਨਾ 26 ਤਰੀਕ ਦੀ। ਆਪਾਂ ਕਈ ਦਿਨਾਂ ਤੋਂ ਸਟੇਜ ਤੋਂ ਕਹਿ ਰਹੇ ਸੀ ਕਿ ਆਪਾਂ ਰਿੰਗ ਰੋਡ ਦੇ ਉੱਤੇ ਮਾਰਚ ਕਰਨੀ, ਬਾਅਦ ਵਿੱਚ ਚਲੋ ਪੁਲਿਸ ਦੇ ਨਾਲ ਸੈਟਲ ਕਰਕੇ ਤੁਸੀਂ ਆਪਣੇ ਰੂਟ ਕਿਸਾਨ ਜਥੇਬੰਦੀਆਂ ਨੇ ਅਲੱਗਾ ਬਣਾ ਲਏ। ਪਰ ਅਸਲ ਕਾਲ 26 ਤਰੀਕ ਦੀ ਜਨਵਰੀ ਦੀ, ਜਿਹਦੇ ਕਰਕੇ ਸਾਰੇ ਪੰਜਾਬ ਚੋਂ, ਹਰਿਆਣੇ ਚੋਂ, ਰਾਜਸਥਾਨ ਤੋਂ, ਉੱਤਰ ਪ੍ਰਦੇਸ਼ ਤੋਂ, ਉੱਤਰਾਖੰਡ ਤੋਂ ਕਿਸਾਨ ਉੱਥੇ ਪਹੁੰਚੇ ਸੀਗੇ। ਤੇ ਜੇ ਮਾੜਾ ਮੋਟਾ ਕੋਈ ਉੱਥੇ ਨੌਜਵਾਨਾਂ ਨੇ ਜਾ ਕੇ ਇੱਕ ਝੰਡਾ ਹੀ ਚੜਾਤਾ, ਉਹਦੇ 'ਚ ਕੋਈ ਏਡਾ ਗੁਨਾਹ ਨਹੀਂ ਸੀ ਕਰਤਾ। ਆਪਾਂ ਸਾਰਿਆਂ ਨੇ ਜਿਹੜਾ BJP ਸਪਾਂਸਰਡ ਮੀਡੀਆ ਦਾ ਏਜੰਡਾ ਸੀ ਉਹ ਚੱਕ ਕੇ ਆਪਣੇ ਆਪ ਨੂੰ ਕ੍ਰਿਟਿਸਾਈਜ਼ ਕਰਨ ਲੱਗ ਗਏ, ਆਪਣੇ ਆਪ ਨੂੰ ਕੰਡੈਮ ਕਰਨ ਲੱਗ ਗਏ, ਆਪਣੇ ਆਪ ਨੂੰ ਆਪਣਾ ਮਨੋਬਲ ਗਿਰਾਉਣ ਲੱਗ ਗਏ। ਔਰ ਪੰਜਾਬ ਦੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਸੀ, ਉਹਨਾਂ ਨੇ ਮਿੰਟੋ ਮਿੰਟੀ ਟਵੀਟ ਸ਼ੁਰੂ ਕਰ ਦਿੱਤੇ ਕਰਨੇ ਕਿ ਅਸੀਂ ਇਸ ਵਾਇਲੈਂਸ ਨੂੰ, ਹਿੰਸਾ ਨੂੰ ਕੰਡੈਮ ਕਰਦੇ। ਹਿੰਸਾ ਤਾਂ ਹੁੰਦੀ ਜੇ ਕਿਸੇ ਉੱਥੇ ਪੁਲਿਸ ਵਾਲਾ ਮਰਦਾ, ਕੋਈ ਅੱਗ ਲੱਗਦੀ ਬੱਸਾਂ ਨੂੰ, ਕੋਈ ਭੰਨ ਤੋੜ ਹੁੰਦੀ, ਕੁਝ ਵੀ ਨਹੀਂ ਹੋਇਆ। ਝੰਡਾ ਚੜਿਆ, ਉਦੋਂ ਬਾਅਦ ਪੀਸਫੁਲੀ ਉਹ ਵਾਪਸ ਆਪਣੇ ਘਰਾਂ ਵਿੱਚ ਚਲੇ ਗਏ। ਲੇਕਿਨ ਇਹ ਸਾਰੀ ਗੱਲ ਦਾ ਜਿਹੜਾ ਮੈਨੂੰ ਅਫਸੋਸ ਹੋਇਆ ਕਿ ਇੱਕ ਨੌਜਵਾਨ ਮਾਰਿਆ ਗਿਆ, ਜਿੱਦਾਂ 150 ਕਿਸਾਨ ਕਹਿੰਦੇ ਨਾ ਕਿ ਉੱਥੇ ਸ਼ਹੀਦ ਹੋਇਆ ਵਾ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਆਪਣੇ ਘਰਾਂ ਚੋਂ ਗਏ ਸੀਗੇ ਬਜ਼ੁਰਗ, ਉਹਨਾਂ ਵਿੱਚ ਜਿਹੜੇ ਲੋਕੀ ਮਾਰੇ ਗਏ ਨੇ, ਮੌਤ ਹੋਈ ਆ, ਉਹਨਾਂ ਦੇ ਨਾਲ ਦਿਲੋਂ ਹਮਦਰਦੀ ਆ। ਪਰ ਇਹਦਾ ਅਸਲ ਸ਼ਹੀਦ ਆ ਉਸ ਦਿਨ 26 ਤਰੀਕ ਦੇ ਜਿਹੜਾ ਸਾਰਾ ਸਮਾਗਮ ਹੋਇਆ, ਨਵਰੀਤ ਸਿੰਘ ਦੇ ਜਿਹੜੀ ਇੰਜਰੀਜ਼ ਹੋਈਆਂ, ਜਿਹੜੀ ਪੋਸਟਮਾਰਟਮ ਰਿਪੋਰਟ ਮੈਂ ਫਿਰ ਦੁਬਾਰਾ ਦਿਖਾਊਂਗਾ ਤੁਹਾਨੂੰ, ਔਰ ਮੈਂ ਪੋਸਟ ਕਰੂੰਗਾ ਇਸ ਨੂੰ ਬਹੁਤ ਨੇੜੇ ਜਾ ਕੇ ਕੋਸ਼ਿਸ਼ ਕਰਕੇ। ਇਟ ਕਲੀਅਰਲੀ ਇੰਡੀਕੇਟਸ ਟੂ ਏ ਬੁਲਟ ਇੰਜਰੀ। ਔਰ ਅੱਜ ਮੈਨੂੰ ਹਰਦੀਪ ਸਿੰਘ ਜੀ ਨੇ ਦੱਸਿਆ ਕਿ SP ਨੇ ਇਹਨਾਂ ਨੂੰ ਬੁਲਾਇਆ ਵਾ, SP ਨੇ ਬੁਲਾ ਕੇ, SP ਰਾਮਪੁਰ ਨੇ, ਕਿ ਤੁਸੀਂ ਆਪਣੀ ਸਟੇਟਮੈਂਟ ਰਿਕਾਰਡ ਕਰਾਓ। ਦੁੱਖ ਤਾਂ ਇਸ ਗੱਲ ਦਾ ਵਾ ਕਿ ਅਸੀਂ ਉਦੋਂ ਅੰਤਮ ਸੰਸਕਾਰ ਹੀ ਨਹੀਂ ਸੀ ਕਰਨਾ। ਮੇਰਾ ਇਹਨਾਂ ਨਾਲ ਸੰਪਰਕ ਬਾਅਦ ਵਿੱਚ ਹੋਇਆ। ਉਹਦੀ ਬੋਡੀ ਉੱਥੇ ਰੱਖ ਕੇ ਉੱਥੇ ਪ੍ਰੋਪਰ ਜਾਂਚ ਇਨਕੁਆਇਰੀ ਹੁੰਦੀ ਤਾਂ ਕਿ ਉੱਥੇ ਜਿਹੜਾ ਹੈਗਾ ਵਾ ਇਨਸਾਫ ਮਿਲ ਸਕਦਾ। ਪਰ ਹੁਣ ਵੀ ਰਾਮਪੁਰ ਦੇ SP ਨੇ ਇਹਨਾਂ ਨੂੰ ਬੁਲਾਇਆ ਵਾ ਤੇ ਉਹਦੇ 'ਚ ਇਹ FIR ਦਰਜ ਕਰਾਉਣ ਦਾ ਉਪਰਾਲਾ ਕਰਾਂਗੇ। ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ, ਘੱਟੋ ਘੱਟ ਨਵਰੀਤ ਦੀ ਮੌਤ ਨੂੰ ਅਜਾਇਆ ਤਾਂ ਨਾ ਜਾਣ ਦਿਓ, ਇਹਨੂੰ ਓਨ ਅਪ ਕਰੋ, ਇਹਦੀ FIR ਦਾ ਡਿਮਾਂਡ ਕਰੋ। ਜਿਹੜੇ ਪੁਲਿਸ ਵਾਲੇ ਦੋਸ਼ੀ ਉਹਨਾਂ ਦੀ ਅਰੈਸਟ ਮੰਗ ਕਰੀਏ।
ਜਿਨ੍ਹਾਂ ਨੇ ਲਾਠੀਆਂ ਮਾਰੀਆਂ, ਟਰੈਕਟਰਾਂ ਤੇ ਸਵਾਰ, ਤੁਸੀਂ ਸਭ ਨੇ ਦੇਖਿਆ ਕਿੰਨੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਉੱਥੇ ਕਿਸਾਨਾਂ ਨੂੰ, ਉਹ ਵੀ ਕਿਸੇ ਨੇ ਗੱਲ ਨਹੀਂ ਕੀਤੀ। ਬਸ ਮਾਫੀਆ ਮੰਗਣ ਤੇ ਉਤਰ ਆਏ ਆਪਾਂ ਸਾਰੇ ਜਾਣੇ, ਜਿੱਦਾਂ ਅਸੀਂ ਕੋਈ ਬਹੁਤ ਵੱਡਾ ਗੁਨਾਹ ਕਰ ਦਿੱਤਾ। ਇੱਕ ਗੱਲ ਯਾਦ ਰੱਖੋ ਕਿ ਇਹੀ ਨੌਜਵਾਨ ਸੀਗੇ ਨਵਰੀਤ ਵਰਗੇ, ਜਾਂ ਉਹ ਜਿਹੜਾ ਜੋਧਾ ਮੁੰਡਾ ਸੀਗਾ ਜਿਹਨੇ ਪਾਣੀ ਦੇ ਬੁਛਾੜ ਦੀ ਟੈਂਕਰ ਦੀ ਮੂੰਹ ਮੋੜ ਕੇ, ਤੇ ਜਾਂ ਜਿਹਨਾਂ ਨੇ ਆਪਣੀਆਂ ਛਾਤੀਆਂ ਦੇ ਉੱਤੇ ਪੂਰਾ ਉਸ ਸਰਦੀ ਵਿੱਚ ਬੁਛਾੜਾਂ ਖਾਧੀਆਂ। ਨੌਜਵਾਨ ਤਬਕੇ ਨੇ ਹੀ ਤਾਂ ਕਿਸਾਨ ਅੰਦੋਲਨ ਨੂੰ ਦਿੱਲੀ ਦੇ ਬਾਰਡਰ ਤੱਕ ਲੈ ਕੇ ਆਏ। ਜਿਹੜੇ ਸਾਡੇ ਸਤਿਕਾਰਯੋਗ ਲੀਡਰ ਸੀ, ਉਹਨਾਂ ਦਾ ਤਾਂ ਪ੍ਰੋਗਰਾਮ ਸੀ ਕਿ ਜਿੱਥੇ ਸਾਨੂੰ ਰੋਕਿਆ ਜਾਊਗਾ, ਅਗਰ ਹਰਿਆਣੇ ਬਾਰਡਰ ਤੇ ਜਾਂ ਸ਼ੰਭੂ ਬਾਰਡਰ ਤੇ ਸਾਨੂੰ ਪੁਲਿਸ ਰੋਕਦੀ, ਅਸੀਂ ਉੱਥੇ ਧਰਨਾ ਲਾ ਕੇ ਬਹਿ ਜਾਵਾਂਗੇ। ਪਰ ਪਿੱਛੋਂ ਨੌਜਵਾਨਾਂ ਦਾ ਜਿਹੜਾ ਜੋਸ਼ ਸੀਗਾ, ਜਿਹੜਾ ਜਜ਼ਬਾ ਸੀਗਾ, ਉਹ ਇਸ ਧਰਨੇ ਨੂੰ ਦਿੱਲੀ ਦੇ ਬਾਰਡਰ ਤੱਕ ਲੈ ਕੇ ਆਇਆ। ਔਰ 2 ਮਹੀਨਿਆਂ ਦੇ ਕਿਸਾਨਾਂ ਨੇ ਲੱਖਾਂ ਦੀ ਤਾਦਾਦ ਵਿੱਚ ਉੱਥੇ ਬੈਠੇ। 26 ਤਰੀਕ ਦੀ ਕਾਲ ਕਿਸਾਨ ਜਥੇਬੰਦੀਆਂ ਨੇ ਇਹ ਦਿੱਤੀ ਸੀਗੀ ਕਿ ਆਪਾਂ ਰਿੰਗ ਰੋਡ ਦੇ ਉੱਤੇ ਮਾਰਚ ਕਰਨੀ ਹੈ। ਇਹ ਤਾਂ ਅਖੀਰਲੇ ਦਿਨ, 1 ਦਿਨ ਜਾਂ 1.5 ਦਿਨ ਪਹਿਲਾਂ ਫੈਸਲਾ ਹੋਇਆ ਕਿ ਆਹ ਰੂਟ ਮਿਲ ਗਏ ਨੇ, ਆਪਾਂ ਇੱਥੇ ਮਾਰਚ ਕਰਨੀ ਹੈ। ਜਦ ਆਪਾਂ ਕਾਲ ਦਿੰਦੇ ਆ, ਸਾਰੇ ਸੂਬਿਆਂ ਚੋਂ ਕਿਸਾਨਾਂ ਨੂੰ ਆਪਾਂ ਬੁਲਾਉਨੇ ਆ, ਤੇ ਫਿਰ ਉਹਦੀ ਰਿਸਪੌਂਸਿਬਿਲਿਟੀ ਤਾਂ ਆਪਣੀ ਬਣ ਜਾਂਦੀ ਹੈ ਨਾ। ਤੇ ਇਹ ਜੇ ਕੋਈ ਲੱਖ ਆਦਮੀ ਲਾਲ ਕਿਲੇ ਵੱਲ ਨੂੰ ਚਲੇ ਗਿਆ, ਤੁਸੀਂ ਮੈਨੂੰ ਦੱਸੋ ਉਸ ਮੌਬ ਨੇ ਕੋਈ ਅਗਜ਼ਨੀ ਕੀਤੀ ਹੈ, ਕੋਈ ਕਤਲੋਗਾਰਤ ਕੀਤੀ ਹੈ? ਉਹਨਾਂ ਨੇ ਜਾ ਕੇ ਝੰਡਾ ਚੜਾ, ਝੰਡੇ ਨੂੰ ਲੈ ਕੇ ਅਸੀਂ ਇੰਨੇ ਡਿਫੈਂਸਿਵ ਹੋ ਗਏ, ਬਜਾਏ ਕਿ ਅਸੀਂ ਨਵਰੀਤ ਦੀ ਮੌਤ ਦਾ ਇਨਸਾਫ ਮੰਗੀਏ, ਬਜਾਏ ਕਿ ਲਾਠੀ ਚਾਰਜ ਹੋਣ ਦੇ ਜਿਹੜੀਆਂ ਸੱਟਾਂ ਲੱਗੀਆਂ ਕਿਸਾਨਾਂ ਦੇ, ਉਹਨਾਂ ਦਾ ਇਨਸਾਫ ਮੰਗੀਏ, ਆਪਾਂ ਸਾਰੇ ਡਿਫੈਂਸ ਤੇ ਆ ਕੇ ਆਪਣੇ ਆਪ ਨੂੰ ਕੋਸਣ ਲੱਗ ਗਏ। ਉਹਦੇ ਨਾਲ ਕੀ ਹੁੰਦਾ ਕਿ ਸਾਡਾ ਅੰਦੋਲਨ ਕਮਜ਼ੋਰ ਹੁੰਦਾ। ਮੇਰੀ ਸਭ ਨੂੰ ਅਪੀਲ, ਫਰਿਆਦ ਹੈ ਹੱਥ ਜੋੜ ਕੇ, ਔਰ ਸਾਰੇ ਨੌਜਵਾਨਾਂ ਨੂੰ, ਕਿ ਤਗੜੇ ਹੋ ਕੇ ਆਪਣਾ ਬਿਲਕੁਲ ਆਪਣਾ ਮਨੋਬਲ ਨਹੀਂ ਡਿੱਗਣ ਦੇਣਾ ਕਿਸੇ ਹਾਲਾਤ ਵਿੱਚ ਵੀ। ਉਸ ਮੋਰਚੇ ਨੂੰ ਬਰਕਰਾਰ ਰੱਖਣਾ, ਉਥੋਂ ਵਾਪਸ ਨਹੀਂ ਆਉਣਾ। ਨਹੀਂ ਤਾਂ ਆਪਣੀ ਇੰਨੀ ਵੱਡੀ ਇਨਵੈਸਟਮੈਂਟ ਹਿਊਮਨ ਰਿਸੋਰਸ ਦੀ ਸਾਰੀ ਦੁਨੀਆ ਜਹਾਨ ਚੋਂ ਖਾਲਸਾ ਏਡ ਵਰਗੀਆਂ ਤੇ NRIs ਦਾ ਜਿਹੜਾ ਇੱਥੇ ਮਦਦ ਪਹੁੰਚੀ, ਇਹ ਸਾਰੀ ਅਜਾਇਆ ਚਲੇ ਜਾਵੇਗੀ। ਇਸ ਲਈ ਆਪਾਂ ਅੱਜ ਮੈਂ ਤੁਹਾਡੇ ਨਾਲ ਆਇਆ। ਮੈਂ ਹੁਣ ਹਰਦੀਪ ਸਿੰਘ ਜੀ ਨੂੰ ਬੇਨਤੀ ਕਰੂੰਗਾ, ਹਰਦੀਪ ਸਿੰਘ ਜੀ, ਜੋ ਵੀ ਤੁਹਾਡੇ ਨਾਲ ਵਾਪਰਿਆ, ਤੁਹਾਡੇ ਪੁੱਤਰੇ ਨਾਲ, ਨਵਰੀਤ ਨਾਲ, ਥੋੜੀ ਜ਼ਰੂਰ ਆਪਣੀ ਗੱਲ ਦੱਸੋ, ਤੇ ਪੋਸਟਮਾਰਟਮ ਬਾਰੇ ਵੀ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਖੁੱਲ ਕੇ ਕਹੋ ਪਲੀਜ਼। ਮੈਨੂੰ 1:30 ਵਜੇ ਮੈਨੂੰ ਫੋਨ ਤੇ ਪਤਾ ਲੱਗਿਆ ਵੀ ਇਸ ਤਰ੍ਹਾਂ ਮੇਰੇ ਪੁੱਤਰਾ ਜਿਹੜਾ ਹੈ ਉਹ ਸ਼ਹੀਦ ਹੋ ਗਿਆ। ਮੈਂ ਰਾਜਸਥਾਨ ਬਾਰਡਰ ਤੇ ਸੀ ਉਦੋਂ, ਤੇ ਮੈਂ ਫਿਰ ਉੱਥੋਂ ਰਾਜਸਥਾਨ ਬਾਰਡਰ ਤੋਂ ਗਾਜ਼ੀਪੁਰ ਬਾਰਡਰ ਆਇਆ। ਮੇਰੇ ਆਉਣ ਤੋਂ ਪਹਿਲਾਂ ਇਹ ਡੈੱਡ ਬਾਡੀ ਜਿਹੜੀ ਸੀ ਉਹ ਉੱਥੋਂ ਚੁੱਕ ਲਿਆਂਦੀ ਗਈ ਸੀਗੀ, ਔਰ ਇੱਥੇ ਜਿਹੜਾ ਗਾਜ਼ੀਪੁਰ ਵਾਲਾ ਬਾਰਡਰ ਸੀ ਉੱਥੇ ਲਿਆ ਕੇ ਇਹਨਾਂ ਰੱਖੀ ਹੋਈ ਸੀ। ਮੈਨੂੰ ਫਿਰ ਉੱਥੇ ਲੈ ਕੇ ਗਏ। ਮੈਂ ਆਪਣੇ ਵੱਲੋਂ ਜੋ ਕੁਛ ਕਹਿਣਾ ਸੀ ਮੈਂ ਉੱਥੇ ਵੀ ਕਿਹਾ। ਤੇ ਫਿਰ ਕੀ ਹੋਇਆ ਵੀ ਉੱਥੇ ਇਹ ਮੈਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਕੀ ਚਾਹੁੰਦੇ ਹੋ? ਮੈਂ ਕਿਹਾ ਵੀ ਅਸੀਂ ਕੁਛ ਨਹੀਂ ਚਾਹੁੰਦੇ, ਇਹ ਸਾਡੀ ਪ੍ਰਾਪਰਟੀ ਨਹੀਂ ਹੈ, ਹੁਣ ਇਹ ਕਿਸਾਨ ਅੰਦੋਲਨ ਦੀ ਪ੍ਰਾਪਰਟੀ ਹੈ। ਕਿਸਾਨ ਅੰਦੋਲਨ ਦੀ ਕਾਲ ਤੇ ਆਇਆ ਮੇਰਾ ਪੁੱਤਰਾ ਸ਼ਹੀਦ ਹੋਇਆ। ਕਿਸਾਨ ਅੰਦੋਲਨ ਦੀ ਆਗੂ ਤੈਅ ਕਰਨ ਕੀ ਉਹਨਾਂ ਨੇ ਕੀ ਕਰਨਾ ਹੈ, ਪਰ ਕਿਸੇ ਨੇ ਇਸ ਨੂੰ ਔਨ ਨਹੀਂ ਕੀਤਾ। ਜਦੋਂ ਕਿਸੇ ਨੇ ਇਸ ਨੂੰ ਔਨ ਨਹੀਂ ਕੀਤਾ ਤਾਂ ਸਾਡੇ ਸਾਹਮਣੇ ਕੋਈ ਆਪਸ਼ਨ ਨਹੀਂ ਸੀਗਾ। ਫਿਰ ਅਸੀਂ ਸੋਚਿਆ ਵੀ ਚਲੋ, ਫਿਰ ਪਰਿਵਾਰ ਵੀ ਇਹ ਚਾਹੁੰਦਾ ਸੀ ਫਿਰ ਵੀ ਡੈਡ ਬਾਡੀ ਘਰੇ ਲਿਆਂਦੀ ਜਾਵੇ। ਫਿਰ ਜਦੋਂ ਅਸੀਂ ਘਰੇ ਲਿਆਉਣ ਵਾਸਤੇ ਡੈਡ ਬਾਡੀ ਚੁੱਕੀ, ਫਿਰ ਮੈਂ ਪੁਲਿਸ ਨੂੰ ਕਿਹਾ ਵੀ ਮੈਨੂੰ ਇਹ ਦੱਸਿਆ ਜਾਵੇ ਵੀ ਜੇ ਤੁਹਾਡੀ ਅਸੀਂ ਗੱਲ ਮੰਨ ਲਈਏ ਵੀ ਇਹ ਟਰੈਕਟਰ ਪਲਟ ਕੇ ਮੌਤ ਹੋਈ ਹੈ, ਤੇ ਫਿਰ ਉਦੋਂ ਇਹਨੂੰ ਕੋਈ ਫਸਟ ਏਡ ਦਿੱਤੀ ਗਈ, ਇਹਨੂੰ ਕਿਸੇ ਹਸਪੀਟਲ ਚ ਲਿਜਾਇਆ ਗਿਆ, ਜਾਂ ਉੱਥੇ ਕੋਈ ਇਸ ਤਰ੍ਹਾਂ ਦਾ ਐਵੀਡੈਂਸ ਕਲੈਕਟ ਕੀਤੇ ਗਏ? ਕਿਉਂ ਨਹੀਂ ਇਹ ਸਾਰਾ ਕੁਝ ਹੋਇਆ? ਤੇ ਮੈਂ ਚਾਹੁੰਦਾ ਸੀਗਾ ਕਿ ਇਹਦਾ ਜਿਹੜਾ ਪੋਸਟਮਾਰਟਮ ਹੈ ਦਿੱਲੀ 'ਚ ਹੋਵੇ, ਕਿਉਂਕਿ ਜਿੱਥੇ ਇਹ ਹੋਇਆ ਹੈ ਉੱਥੇ ਹੀ ਪੋਸਟਮਾਰਟਮ ਹੋਣਾ ਚਾਹੀਦਾ ਸੀ। ਪਰ ਸਾਡੇ ਉਹ ਵੀ ਇੰਨਾ ਮਤਲਬ ਕੌਨਫੀਡੈਂਟ ਕਿ ਅਸੀਂ ਕੋਈ ਡਿਸੀਜਨ ਲੈ ਸਕੀਏ। ਫਿਰ DM ਰਾਮਪੁਰ ਗੱਲ ਕੀਤੀ ਪ੍ਰਸ਼ਾਸਨ ਨਾਲ, ਸਾਡੇ ਬੱਚਿਆਂ ਨਾਲ, ਤੇ ਕਹਿੰਦੇ ਜੀ ਤੁਸੀਂ ਰਾਮਪੁਰ ਲੈ ਆਓ, ਆਪਾਂ ਇੱਥੇ ਦਾ ਪੋਸਟਮਾਰਟਮ ਕਰਾਵਾਂਗੇ। ਤੇ ਉਹ ਫਿਰ ਜਿਸ ਤਰ੍ਹਾਂ ਦਾ ਉਹ ਮਾਹੌਲ ਸੀ, ਅਸੀਂ ਮੈਂ ਸਮਝਦਾ ਸਾਡਾ ਕੋਈ ਵਾਰਸ ਹੀ ਨਹੀਂ ਬਣਿਆ ਜੀ। ਤੇ ਫਿਰ ਰਾਮਪੁਰ ਲੈ, ਰਾਮਪੁਰ ਜਦੋਂ ਪੋਸਟਮਾਰਟਮ ਹੋਈ ਉਦੋਂ ਵੀ ਕੋਈ ਕੱਟ ਰਹੀ ਹੈ ਪ੍ਰਸ਼ਾਸਨ ਸੀ ਜਿਹੜਾ ਉਹ ਚਾਹੁੰਦਾ ਸੀਗਾ ਵੀ ਇਹਨੂੰ ਐਕਸੀਡੈਂਟ ਦਿਖਾਇਆ ਜਾਵੇ। ਮੈਂ ਕਿਹਾ ਸੀ ਐਕਸੀਡੈਂਟ ਹੈ ਨੀ ਗਾ, ਐਕਸਰੇ ਕਰਵਾਇਆ ਗਿਆ, ਐਕਸਰੇ ਦੇ ਵਿੱਚ ਕਲੀਅਰ ਹੈ ਕਿ ਗੋਲੀ ਵਿੱਚੋਂ ਪਾਸ ਹੋਈ ਹੈ। ਔਰ ਫਿਰ ਉਹਨਾਂ ਨੇ ਦੇਖਿਆ ਵੀ ਇਹ ਕ੍ਰਾਸ ਹੋਇਆ, ਇਹਦੇ ਵਿੱਚੋਂ ਗੋਲੀ ਕ੍ਰਾਸ ਹੋਈ ਹੈ। ਔਰ ਫਿਰ ਉਹਨਾਂ ਨੇ ਜਿਹੜਾ ਇਹ ਦਿੱਤਾ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਹੈ, ਉਹਦੇ ਵਿੱਚ ਕਲੀਅਰ ਹੈ ਕਿ ਜਿਹੜੀ ਅੰਦਰੋਂ ਗੋਲੀ ਕ੍ਰਾਸ ਹੋਈ ਆ ਉਹਦੇ ਨਾਲ ਬ੍ਰੇਨ ਦੇ ਵਿੱਚ ਜਿਹੜੇ ਇੰਜਰੀ ਹੋਈ ਆ ਔਰ ਬ੍ਰੇਨ ਬਾਹਰ ਆਇਆ, ਉਸ ਨਾਲ ਮੌਤ ਹੋਈ ਆ।
ਤੇ ਫਿਰ ਇਸ ਨੂੰ ਐਵੇਂ ਹੀ ਘੁਮਾ ਫਿਰਾ ਕੇ ਕਹੀ ਜਾ ਇਹਦੀਆਂ ਪਾਰਟੀਆਂ ਨੇ ਸਰਕਾਰ ਜਿਹੜਾ ਲਿਆਂਦਾ ਗਿਆ ਕਿਉਂਕਿ ਰਾਮਪੁਰ ਚ ਇਹਨਾਂ ਦੀ ਸਰਕਾਰ ਔਰ ਇਹਨਾਂ ਨੂੰ ਸੌਖਾ ਸੀਗਾ ਕਿ ਇੱਥੇ ਮੈਨੀਪੂਲੇਟ ਕਰ ਲੈਣਾ। ਇਹ ਹੁਣ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਅਸੀਂ ਤਾਂ ਸ਼ੁਰੂ ਤੋਂ ਇਹ ਕਹਿੰਦੇ ਹਾਂ ਵੀ ਇਹ ਸਰਕਾਰ ਜੇ ਇਹ ਪਹਿਲਾਂ ਤਾਂ ਸਰਕਾਰ ਸਾਬਤ ਕਰੇ ਨਾ ਵੀ ਇਹ ਸਰਕਾਰ ਹੈ, ਕਿਉਂਕਿ ਇਸ ਸਰਕਾਰ ਨੇ ਜਿਸ ਸੰਵਿਧਾਨ ਦੀ ਸਹੁੰ ਖਾਧੀ ਹੈ ਉਹ ਸੰਵਿਧਾਨ ਸਾਨੂੰ ਪ੍ਰੋਟੈਸਟ ਕਰਨ ਦੀ ਇਜਾਜ਼ਤ ਦਿੰਦਾ ਹੈ, ਸਾਡਾ ਰਾਈਟ ਹੈ। ਜਦੋਂ ਸਾਨੂੰ ਉਹ ਪ੍ਰੋਟੈਸਟ ਕਰਨ ਦਾ ਰਾਈਟ ਸਾਡਾ ਸੰਵਿਧਾਨ ਦਿੰਦਾ, ਉਹ ਸਾਨੂੰ ਕਿਉਂ ਰੋਕਿਆ ਜਾ ਰਿਹਾ? ਜੇ ਸਰਕਾਰ ਸਾਨੂੰ ਸਾਡੇ ਪ੍ਰੋਟੈਸਟ ਦਾ ਅਧਿਕਾਰ ਨਹੀਂ ਦਿੰਦੀ, ਫਿਰ ਸਰਕਾਰ ਕਿਵੇਂ ਹੈ? ਇਹ ਕਿਹੜੇ ਸੰਵਿਧਾਨ ਦੀ ਸਰਕਾਰ ਹੈ? ਇਹ ਅਸੀਂ ਕਿਵੇਂ ਮੰਨੀਏ ਇਹ ਸਰਕਾਰ ਹੈ? ਪਹਿਲਾਂ ਤਾਂ ਸਰਕਾਰ ਇਹ ਸਾਬਤ ਕਰੇ ਵੀ ਅਸੀਂ ਸਰਕਾਰ ਹਾਂ, ਅਸੀਂ ਸੰਵਿਧਾਨ ਦੇ ਤਹਿਤ ਚੱਲਦੇ ਹਾਂ। ਜਦੋਂ ਸਰਕਾਰ ਹੀ ਸੰਵਿਧਾਨ ਨਹੀਂ ਮੰਨ ਰਹੀ। ਹਰਦੀਪ ਜੀ ਮੈਂ ਤੁਹਾਨੂੰ ਰੋਕਣਾ ਚਾਹੁੰਦਾ 1 ਮਿੰਟ ਵਾਸਤੇ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਰੀ ਆਪਣੀ ਜੋ ਹੱਡ ਬੀਤੀ ਆ ਉਹ ਸਾਰੀ ਲੋਕ ਕਚਹਿਰੀ ਵਿੱਚ ਰੱਖੀ ਆ। ਇਸ ਲਈ ਮੇਰੀ ਹੱਥ ਜੋੜ ਕੇ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਬੇਨਤੀ ਆ ਕਿ ਨਵਰੀਤ ਦੀ ਹੋਈ ਕਤਲ, ਇਸ ਦੀ ਗੋਲੀ ਕਾਂਡ, ਹੱਤਿਆ, ਇਹਨੂੰ ਆਪਣੇ ਏਜੰਡੇ ਤੇ ਲੈ ਕੇ ਆਓ, ਇਹਨੂੰ ਸਰਕਾਰ ਦੀ ਗੱਲ ਵਿੱਚ ਰੱਖੋ। ਇਹਦੀ ਇੱਕ ਟਾਈਮ ਬਾਉਂਡ ਇਨਵੈਸਟੀਗੇਸ਼ਨ, ਵੈਸੇ ਤਾਂ ਅਸੂਲਨ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ, ਟਾਈਮ ਬਾਉਂਡ, ਇੱਕ 15 ਦਿਨ ਜਾਂ 10 ਦਿਨ ਦੇ ਵਿੱਚ ਸਭ ਕੁਝ ਪਤਾ ਲੱਗ ਸਕਦਾ ਕਿ ਕੌਣ ਜ਼ਿੰਮੇਵਾਰ ਸੀ। ਇਹਨਾਂ ਨੂੰ ਆਪਾਂ ਨੂੰ ਇਨਸਾਫ ਲੈਣਾ ਬਹੁਤ ਲਾਜ਼ਮੀ ਆ। ਤੇ ਜੇ ਆਪਾਂ ਆਪਣਿਆਂ ਨੂੰ ਡਿਸਓਨ ਕਰਾਂਗੇ, ਆਪਣਿਆਂ ਦੀ ਬਾਤ ਨਹੀਂ ਪੁੱਛਾਂਗੇ, ਤੇ ਫਿਰ ਆਪਣੇ ਅੰਦੋਲਨ ਵਿੱਚ ਗਾਂ ਤੋਂ ਲੋਕ ਆਪਣੀ ਕਿਸ ਤਰ੍ਹਾਂ ਸ਼ਮੂਲੀਅਤ ਕਰਨਗੇ? ਸਭ ਤੋਂ ਵੱਡਾ ਏਜੰਡਾ ਇਹਦਾ 4 ਫਰਵਰੀ ਨੂੰ ਭੋਗ ਆ। ਮੇਰੀ ਸਾਰੇ ਕਿਸਾਨ ਆਗੂ, ਮੈਂ ਉਹਨਾਂ ਨੂੰ ਕੰਟੈਕਟ ਪਰਸਨਲੀ ਵੀ ਕਰੂੰਗਾ ਕਿਉਂਕਿ ਸਾਰੀ ਜਾਣਕਾਰੀ ਮੈਨੂੰ ਅੱਜ ਹੀ ਹਰਦੀਪ ਸਿੰਘ ਹੋਣਾ ਤੋਂ ਮੋਟੇ ਤੌਰ ਦੇ ਉੱਤੇ ਸਹੀ ਮੈਨੇ ਸਾਰੀ ਗੱਲ ਪਤਾ ਲੱਗੀ ਆ ਔਰ ਪੋਸਟਮਾਰਟਮ ਦੀ ਰਿਪੋਰਟ ਸਾਡੇ ਹੱਥ ਵਿੱਚ ਆ ਗਈ ਆ। ਇਸ ਲਈ ਕਿਸਾਨ ਜਥੇਬੰਦੀਆਂ ਦੇ ਨਾਲ ਮੈਂ ਵੀ ਸੰਪਰਕ ਕਰੂੰਗਾ। ਉਹਨਾਂ ਨੂੰ ਆਪਾਂ ਕਹੀਏ ਕਿ ਇਹਦੀ ਮੌਤ ਨੂੰ, ਇਹਦੀ ਸ਼ਹਾਦਤ ਨੂੰ ਅਜਾਇਆ ਨਹੀਂ ਜਾਣ ਦੇਣਾ ਔਰ ਇਹਦਾ ਇਨਸਾਫ ਲੈਣਾ ਪਵੇਗਾ। ਇਹਦੇ ਲਈ ਸਾਨੂੰ ਜੂਝਣਾ ਪਵੇਗਾ। ਔਰ ਨਾਲ ਮੈਂ, ਕਿਉਂਕਿ ਗੱਲ ਲੰਬੀ ਹੋ ਰਹੀ ਆ, ਬਿਲਕੁਲ ਮਨੋਬਲ ਨਹੀਂ ਗਿਰਾਉਣਾ ਆਪਣਾ। ਔਰ ਜੇ ਕਿਸੇ ਨੇ ਮਾੜਾ ਮੋਟਾ ਕੋਈ 19-21 ਕਰ ਦਿੱਤਾ, ਉਹਨੂੰ ਫੋਰਗੇਟ ਇਟ। ਉਹ ਬੀਜੇਪੀ ਦਾ ਜਿਹੜਾ ਸਪਾਂਸਰਡ ਮੀਡੀਆ, ਉਹਨੂੰ ਫੋਲੋ ਨਹੀਂ ਕਰਨਾ। ਅਸੀਂ ਆਪਣਾ ਇਨਸਾਫ ਲੈਣ ਲਈ ਉੱਥੇ ਬੈਠੇ ਆ। ਸਾਡੇ ਨੌਜਵਾਨਾਂ ਨੂੰ ਦਿੱਲੀ ਜਾ ਕੇ ਲਾਲ ਕਿਲੇ ਤੇ ਝੰਡਾ ਚੜਾਉਣ ਦਾ ਸ਼ੌਂਕ ਨਹੀਂ ਸੀਗਾ। ਉਹਨਾਂ ਨੂੰ ਤਾਂ ਜਦੋਂ ਪਿਛਲੇ 5-6 ਮਹੀਨਿਆਂ ਤੋਂ ਸੜਕਾਂ ਤੇ ਬਿਠਾਇਆ, 2 ਮਹੀਨਿਆਂ ਤੋਂ ਦਿੱਲੀ ਦੇ ਬਾਰਡਰ ਤੇ ਠੰਡ ਵਿੱਚ ਬਿਠਾਇਆ, 150 ਤੋਂ ਜ਼ਿਆਦਾ ਕਿਸਾਨ ਮਰ ਚੁੱਕਾ ਵਾ। ਤੇ ਸਾਡੇ ਜਦੋਂ ਅਧਿਕਾਰਾਂ ਦੀ ਗੱਲ ਨਹੀਂ ਬਣਦੀ, ਹਾਰ ਥੱਕ ਕੇ ਜਿਹੜਾ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਆਏ ਸੀ, 2.5-3 ਲੱਖ ਟਰੈਕਟਰ ਆਇਆ ਸੀਗਾ, ਉਹਨਾਂ ਨੇ ਆਪਣੀ ਪੜਾਸ ਕੱਢੀ ਆ ਸਿਰਫ ਇਨਸਾਨੀ। ਔਰ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਵਿੱਚ ਲੋਕਾਂ ਦੀ ਕੀਮਤ ਜ਼ਿਆਦਾ ਵਾ ਜਮਹੂਰੀਅਤ 'ਚ ਕਿ ਸਿੰਬਲਸ ਦੀ ਜ਼ਿਆਦਾ ਵਾ? ਝੰਡਾ ਚੜਾਤਾ, ਝੰਡੇ ਦੀ ਜ਼ਿਆਦਾ ਕੀਮਤ ਹੈ ਕਿ ਲੋਕਾਂ ਦੀ ਹਕੂਕ ਦੀ, ਲੋਕਾਂ ਦੇ ਆਵਾਜ਼ ਦੀ, ਜਾਂ ਨਵਰੀਤ ਦੀ ਜਾਨ ਦੀ? ਇਹਦੀ ਜ਼ਿਆਦਾ ਕੀਮਤ ਹੈ ਕਿ ਝੰਡੇ ਦੀ ਕੀਮਤ? ਝੰਡਾ ਤਾਂ ਖਾਲੀ ਪੋਲ ਸੀਗਾ, ਇੱਕ ਟੰਗ ਦਿੱਤਾ ਉਹਨਾਂ ਨੇ ਝੰਡਾ। ਔਰ ਜੇ ਆਪਾਂ ਕਹਿੰਦੇ ਅਸੀਂ ਹਿੰਸਾ ਦੇ ਖਿਲਾਫ ਆ, ਤੇ ਫਿਰ ਤਾਂ ਸਾਡੇ ਜਿਹੜੇ ਸ਼ਹੀਦ ਭਗਤ ਸਿੰਘ ਵਗੈਰਾ, ਉਹ ਵੀ ਸਾਰੇ, ਉਹਨਾਂ ਨੇ ਜਦੋਂ ਆਪਣੀ ਗੱਲ ਆਜ਼ਾਦੀ ਦੀ ਉਠਾਈ, ਉਹਨਾਂ ਨੂੰ ਹਥਿਆਰ ਚੱਕਣੇ ਪਏ ਸੀਗੇ, ਉਹਨਾਂ ਨੂੰ ਹਿੰਸਕ ਹੋਣਾ ਪਿਆ ਸੀਗਾ। ਪਰ ਆਪਾਂ ਉਸ ਲੈਵਲ ਤੱਕ ਤਾਂ ਗਏ ਹੀ ਨਹੀਂ ਗਏ। ਆਪਾਂ ਤਾਂ ਸਿਰਫ ਇੱਕ ਝੰਡਾ ਪੀਸਫੁਲੀ ਚੜਾਇਆ ਤੇ ਉੱਥੋਂ ਵਾਪਸ ਆ ਗਏ ਆ। ਕਿਸੇ ਪੁਲਿਸ ਵਾਲੇ ਨੂੰ ਕੋਈ ਕੁੱਟਿਆ ਨਹੀਂ, ਕੋਈ ਮਾਰਿਆ ਨਹੀਂ, ਕੋਈ ਕਤਲ ਨਹੀਂ ਹੋਇਆ, ਕੋਈ ਅੱਗ ਜੰਨੀ ਨਹੀਂ। ਬਟ ਦਿਸ ਇਜ਼ ਵੈਰੀ ਅਨਫੋਰਚੂਨੇਟ। ਔਰ ਮੈਂ ਆਪਣੀ ਲੀਡਰਸ਼ਿਪ ਤੋਂ ਇਹ ਉਮੀਦ ਕਰਦਾ, ਲੀਡਰਸ਼ਿਪ ਦਾ ਮਤਲਬ ਹੁੰਦਾ ਅਗਵਾਈ ਕਰਨੀ, ਰਾਹ ਦਿਖਾਉਣਾ। ਇਸ ਕਰਕੇ ਆਪਾਂ ਪਿੱਛੇ ਨਹੀਂ ਹਟਣਾ, ਮੋਰਚਾ ਡਿਸਬੈਂਡ ਨਹੀਂ ਹੋਣ ਦੇਣਾ। ਜੇ ਤੁਸੀਂ 1 ਫਰਵਰੀ ਵਾਲੀ ਕਾਲ ਤੁਹਾਨੂੰ ਕੈਂਸਲ ਨਹੀਂ ਸੀ ਕਰਨੀ ਚਾਹੀਦੀ, ਜੇ ਕਰ ਦਿੱਤੀ ਆ ਤਾਂ ਕੋਸ਼ਿਸ਼ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਸੈਸ਼ਨ ਦੇ ਦੌਰਾਨ ਇੱਕ ਸਹੀ ਕਾਲ ਦਿਓ ਔਰ ਉਸ ਕਾਲ ਦਾ ਸਹੀ ਰੂਟ ਦਿਖਾਓ ਲੋਕਾਂ ਨੂੰ, ਔਰ ਆਪ ਮੂਹਰੇ ਲੱਗ ਕੇ ਅਗਵਾਈ ਕਰਕੇ ਉਸ ਨੂੰ ਆਪਾਂ ਸਿਰੇ ਚੜੀਏ। ਆਪਾਂ ਆਪਣੇ ਕਾਨੂੰਨ ਤਾਂ ਰੱਦ ਕਰਾਉਣੇ, ਪਰ ਇੱਕ ਗੱਲ ਮੇਰੀ ਸਮਝੋ, ਇਹ ਮੋਰਚਾ ਜਿਹੜਾ ਨਾ, ਇਹਨੂੰ ਕੱਲਾ ਕਿਸਾਨੀ ਅੰਦੋਲਨ ਵੀ ਨਾ ਸਮਝੀ ਚੱਲੋ। ਜਿਹੜੇ ਲੋਕ ਇਹਦੇ ਲੱਖਾਂ ਦੀ ਤਾਦਾਦ ਵਿੱਚ ਆਏ ਨੇ ਨਾ, ਉਹ ਬੇਸਿਕਲੀ ਇਸ ਦੇਸ਼ ਦੇ ਨਿਜ਼ਾਮ ਦੇ ਖਿਲਾਫ ਲੋਕੀ ਅੰਦਰੋਂ ਬਹੁਤ ਦੁਖੀ ਨੇ। ਜਿਹੜਾ ਇਹ ਐਡੀ ਲੱਖਾਂ ਦੀ ਤਾਦਾਦ ਵਿੱਚ ਲੋਕ ਪਹੁੰਚੇ ਨੇ, ਉਹ ਕਾਜ਼ ਲਈ ਪਹੁੰਚੇ ਨੇ, ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ। ਉਹ ਜਿਹੜਾ ਮੁੱਦਾ ਹੈ ਕਿਸਾਨੀ ਅੰਦੋਲਨ ਦਾ, ਸਾਡੇ ਨਾਲ ਬੇਇਨਸਾਫੀ ਦਾ, ਔਰ ਇਹਦੇ 'ਚ ਅੱਛੀ ਤਰ੍ਹਾਂ ਗੱਲ ਇੱਕ ਹੋਰ ਕਹਿਣ ਵਾਲੀ ਮੈਂ ਕਹਿਣਾ ਚਾਹੁੰਦਾ, ਜਿਹੜੀ ਕਿ ਲੋਕ ਦਬੀ ਜ਼ੁਬਾਨ ਨਾਲ ਕਹਿ ਰਹੇ ਨੇ ਕਿ ਇਸ ਅੰਦੋਲਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬੀਆਂ ਦਾ ਵੀ ਯੋਗਦਾਨ ਹੈ। ਅਸੀਂ ਸਤਿਕਾਰ ਕਰਦੇ ਹਾਂ ਰਾਜਸਥਾਨ, ਹਰਿਆਣਾ, ਉੱਤਰਾਖੰਡ, ਯੂਪੀ, ਸਾਰੀਆਂ ਸਟੇਟਾਂ ਦਾ, ਪਰ ਇਹਨੂੰ ਗੱਲ ਕਰਨ ਅੱਛੀ ਸਮਝੋ ਕਿ ਇਹਦੇ ਬਹੁਤ ਵੱਡਾ ਯੋਗਦਾਨ ਪੰਜਾਬੀਆਂ ਤੇ ਸਿੱਖਾਂ ਦਾ ਵੀ ਆ। ਤੇ ਸਿੱਖਾਂ ਨੂੰ
ਅਗਲੇ ਪਾਸੇ ਕਾਮਰੇਡ ਉਹਨਾਂ ਦੀ ਅਗਵਾਈ ਨਹੀਂ ਕਰ ਸਕਦੇ। ਸਾਡੇ ਆਪਣੇ ਜਜ਼ਬਾਤ ਨੇ, ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ, ਪਰ ਇਹਨਾਂ ਦੇ ਜਜ਼ਬਾਤਾਂ ਦੀ ਵੀ ਕਦਰ ਕਰੋ। ਨਵਰੀਤ ਦੀ ਮੌਤ ਅਜਾਇਆ ਨਹੀਂ ਜਾਣੀ ਚਾਹੀਦੀ, ਔਰ ਇਹਨੂੰ ਤੁਸੀਂ ਸਾਰੇ ਕਹੀ ਜਾਂਦੇ ਕਿ ਇਹਨੂੰ ਨਾਨ ਪੋਲੀਟੀਕਲ ਰੱਖਿਆ, ਸੀ ਉਹਦਾ ਵੀ ਸਤਿਕਾਰ ਕਰਦੇ ਹਾਂ ਅਸੀਂ, ਕੋਈ ਸਾਨੂੰ ਇੱਛਾ ਨਹੀਂ। ਪਰ ਇੱਕ ਗੱਲ ਨਾਲ ਕੰਟਰਡਿਕਟਰੀ ਪਹਿਲਾਂ ਵੀ ਆ ਚੁੱਕੀ, ਮੈਂ ਕਹਿਣਾ ਚਾਹੁੰਦਾ ਜੋਗਿੰਦਰ ਯਾਦਵ ਸਵਰਾਜ ਪਾਰਟੀ ਤੇ ਇਲੈਕਸ਼ਨਾਂ ਲੜ ਕੇ ਹਟਿਆ ਤਾਜ਼ਾ, ਉਹ ਤੁਹਾਡੇ ਇਸ ਹਿੱਸਾ। ਕਮਿਊਨਿਸਟ ਪਾਰਟੀਆਂ ਆਪਣੇ ਚੋਣ ਨਿਸ਼ਾਨ ਲਾ ਕੇ ਝੰਡੇ ਲਾ ਕੇ ਬੈਠੀਆਂ, ਇਸ ਗੱਲ ਦਾ ਵੀ ਸਾਨੂੰ ਇਤਰਾਜ਼ ਨਹੀਂਗਾ। ਪਰ ਤੁਸੀਂ ਘੱਟੋ ਘੱਟ ਜੇ ਤੁਸੀਂ ਏਡੇ ਵੱਡੇ ਪੱਧਰ ਤੇ ਕਾਲ ਦੇ ਕੇ ਲੋਕਾਂ ਨੂੰ ਬੁਲਾਇਆ ਸੀਗਾ ਤੇ ਉਹਨਾਂ ਨੂੰ ਡਿਮੋਰਲਾਈਜ਼ ਨਾ ਕਰੋ। ਜੇ ਕੋਈ ਇੱਕਾ ਦੁੱਕਾ ਇਨਸੀਡੈਂਟ ਇਦਾਂ ਦਾ ਹੋ ਗਿਆ, ਆਪਾਂ ਉਹ ਤੋਂ ਘਬਰਾਓ ਨਾ, ਡਿਫੈਂਸ ਤੇ ਨਾ ਜਾਓ, ਮਾਫੀਆਂ ਨਾ ਮੰਗੋ, ਵਰਨਾ ਆਪਣਾ ਅੰਦੋਲਨ ਜਿਹੜਾ ਹੈਗਾ ਉਹ ਕਮਜ਼ੋਰ ਹੋਵੇਗਾ। ਇਸ ਅੰਦੋਲਨ ਨੂੰ ਬਰਕਰਾਰ ਰੱਖੋ, ਔਰ ਸਭ ਨੂੰ ਮੇਰੀ ਅਪੀਲ ਹੈ ਕਿ ਬਿਲਕੁਲ ਡਿਮੋਰਲਾਈਜ਼ ਨਹੀਂ ਹੋਣਾ ਤੇ ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣੀ ਆ। ਤੇ 4 ਫਰਵਰੀ ਨੂੰ ਉਹਨਾਂ ਦੇ ਭੋਗ ਦੇ ਉੱਤੇ ਸਭ ਨੇ, ਮੈਂ ਵੀ ਚੱਲਿਆ ਪੰਜਾਬ ਚੋਂ, ਡਿਬਡਿਬਾ ਪਿੰਡ ਵਿੱਚ ਵੀ ਜਾਊਂਗਾ, ਇਹਨਾਂ ਦੇ ਨਾਲ ਉੱਥੇ ਖੜ ਕੇ ਇਹਨਾਂ ਦੇ ਵਾਸਤੇ, ਔਰ ਜਿਹੜੀ ਵੀ ਗੱਲ ਇਹ ਕਹਿਣਗੇ ਆਉਣ ਵਾਲੇ ਦਿਨਾਂ 'ਚ ਅਸੀਂ ਸੋਚ ਲੈਂਦੇ ਆ ਕਿ ਇਸ ਨੂੰ ਇਨਸਾਫ ਲੈਣ ਵਾਸਤੇ ਸਾਨੂੰ ਅੱਗੇ ਕੀ ਕਰਨਾ ਚਾਹੀਦਾ। ਮੈਂ ਆਪਣੇ ਹਮ ਖਿਆਲ ਚੰਗੇ ਬੰਦਿਆਂ ਨਾਲ ਕੰਟੈਕਟ ਕਰੂੰਗਾ, ਇਸ ਗੱਲ ਨੂੰ ਆਪਾਂ ਅੱਗੇ ਲੈ ਕੇ ਜਾਣਾ। ਮੇਰੀ ਸਭ ਨੂੰ ਅਪੀਲ ਹੈ ਕਿ ਇਸ ਨੂੰ ਸ਼ੇਅਰ ਵੀ ਜ਼ਿਆਦਾ ਤੋਂ ਜ਼ਿਆਦਾ ਕਰੇ ਤਾਂ ਕਿ ਇਹ ਪਾਵਰ ਕੋਰੀਡੋਰ ਵਿੱਚ ਵੀ ਪਹੁੰਚੇ ਤੇ ਸਾਰੀ ਦੁਨੀਆ ਦੇ ਵਿੱਚ ਆਪਣੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਕਿਸ ਮਕਸਦ ਲਈ ਲੜ ਰਹੇ ਹਾਂ ਤੇ ਕਿੱਦਾਂ ਆਪਾਂ ਇਨਸਾਫ ਲੈਣਾ ਵਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਹਰਦੀਪ ਜੀ ਤੁਹਾਡਾ ਵੀ ਮੈਂ ਬਹੁਤ ਧੰਨਵਾਦ ਕਰਦਾ। ਮੈਂ ਤੁਹਾਡੇ ਕੋਲ ਭੋਗ ਵਾਲੇ ਦਿਨ ਆਪ ਹਾਜ਼ਰ ਹੋਊਂਗਾ, ਠੀਕ ਹੈ? ਹੋਰ ਤਾਂ ਨਹੀਂ ਕੁਝ ਕਹਿਣਾ ਤੁਸੀਂ? ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਵੀ ਮੈਂ ਇਹਨਾਂ ਨੂੰ ਫੋਨ ਕੀਤੇ ਪਰਸਨਲੀ, ਦਰਸ਼ਨਪਾਲ ਸਿੰਘ ਨੂੰ ਔਰ ਸਰਸਾ ਸਾਹਿਬ ਨੂੰ। ਹਾਂਜੀ, ਮੇਰੀ ਕਿਸੇ ਫੋਨ ਚੁੱਕਿਆ ਨਹੀਂ। ਫਿਰ ਮੈਂ ਇਹਨਾਂ ਨੂੰ ਵੌਇਸ ਕਾਲ ਮੈਸੇਜ ਦਿੱਤਾ ਵੀ ਤੁਸੀਂ 24 ਘੰਟੇ ਹੋ ਗਏ, ਤੁਸੀਂ 24 ਘੰਟਿਆਂ 'ਚ ਮੈਨੂੰ, ਕਿਉਂਕਿ ਮੈਂ ਕੋਈ ਤੁਹਾਡੇ ਲਈ ਅਣਜਾਣ ਨਹੀਂ, ਮੈਨੂੰ ਜਾਣਦੇ ਹੋ ਤੁਸੀਂ ਸਾਰੇ, ਤੁਸੀਂ ਮੈਨੂੰ ਇੱਕ ਵਾਰੀ ਫੋਨ ਕਰਕੇ ਨਹੀਂ ਪੁੱਛਿਆ ਵੀ ਤੁਹਾਡੇ ਨਾਲ ਹੋਇਆ ਕੀ ਹੈ। ਸਾਨੂੰ ਪਤਾ ਤੇ ਲੱਗੇ ਵੀ ਤੁਹਾਡੀ ਕਾਲ ਤੇ ਅਸੀਂ ਸਾਰਾ ਇਹ ਅੰਦੋਲਨ ਲੜ ਰਹੇ ਹਾਂ, ਜਿਵੇਂ ਤੁਸੀਂ ਕਿਹਾ ਅਸੀਂ ਉਵੇਂ ਫੋਲੋ ਕਰ ਰਹੇ ਹਾਂ। ਸਾਡੇ ਤੋਂ ਗੁਨਾਹ ਕੀ ਹੋਇਆ ਹੈ, ਸਾਨੂੰ ਦੱਸਿਆ ਤਾਂ ਜਾਵੇ ਵੀ ਤੁਸੀਂ ਇੰਨੀ ਚੁੱਪ ਕਿਉਂ ਵੱਟੀ ਹੋਈ ਆ, ਤੁਸੀਂ ਇਹ ਸਾਡੇ ਇਸ ਸ਼ਹਾਦਤ ਨੂੰ ਅਜੇ ਤੱਕ ਔਨ ਕਿਉਂ ਨਹੀਂ ਕੀਤਾ। ਠੀਕ ਹੈ ਹਰਦੀਪ ਜੀ, ਇਹ ਗੱਲ ਆਪਾਂ ਇਸੇ ਗੱਲ ਕਰਕੇ ਅੱਜ ਆਪਾਂ ਸਕਾਈਪ ਤੇ ਗੱਲ ਕੀਤੀ ਆ ਤਾਂ ਕਿ ਇਹਨੂੰ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀ ਕਚਹਿਰੀ ਵਿੱਚ ਵੀ ਇਸ ਗੱਲ ਨੂੰ, ਇਨਸਾਫ ਦੀ ਲੜਾਈ ਨੂੰ ਅੱਗੇ ਵਧਾਇਆ ਜਾਵੇ। ਅਸੀਂ ਸਾਡੀ ਹਮਦਰਦੀ ਤੁਹਾਡੇ ਪਰਿਵਾਰ ਦੇ ਨਾਲ ਆ, ਅਸੀਂ ਤੁਹਾਡੇ ਵਾਸਤੇ ਜਿੰਨੇ ਜੋਗੇ ਆ ਅਸੀਂ ਅਵਸ਼ ਇਸ ਨੂੰ ਲੜਾਂਗੇ ਵੀ, ਆਵਾਜ਼ ਵੀ ਚੱਕਾਂਗੇ। ਔਰ ਮੈਂ ਭੋਗ ਵਾਲੇ ਦਿਨ ਤੁਹਾਡੇ ਨਾਲ ਆਪ ਉੱਥੇ ਪਹੁੰਚੂ, ਮਤਲਬ ਉਸ ਤੋਂ ਪਹਿਲਾਂ ਵੀ ਅਸੀਂ ਕੋਈ ਨਾ ਕੋਈ ਸਟ੍ਰੈਟਜੀ ਜ਼ਰੂਰ ਬਣਾਉਣੇ। ਤੁਹਾਡਾ ਹਰਦੀਪ ਜੀ ਵਿਸ਼ੇਸ਼ ਤੌਰ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਨਵਰੀਤ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੁੜਨ ਵਾਸਤੇ। ਧੰਨਵਾਦ ਹਰਜੀਤ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ।